अस्सलाम वालेकुम दोस्तों, मेरा नाम है मोहम्मद शुएब। तो तुसीं वेख रहे हो मेरा यूट्यूब चैनल वन लाइफ विद शुएब। मैनू 4 साल हो गए ने वीडियोज़ बनाते हुए, और मैं किहड़े कैमरे ले, किहड़ियां चीज़ां हुण मेरे कोल ने, मैं अपने तमाम गैजेट्स तुहाडे नाल शेयर करांगा। वैसे तो कोई इन्नियां खास चीज़ां नहीं ने, लेकिन ਜਿਹੜੇ ਬੰਦੇ ਨਵੇਂ ਨੇ ਉਹਨਾਂ ਵਾਸਤੇ ਵੀਡੀਓ ਕਾफ़ी ਹੈਲਪਫੁਲ ਸਾਬਤ ਹੋਏਗੀ। ਜਿਸ ਤਰ੍ਹਾਂ ਕਿ ਕਿਸੇ ਨੂੰ ਕੰਸਰਨ ਹੁੰਦਾ ਹੈ ਕਿ ਇਹ ਆਵਾਜ਼ ਕਿਹੜੇ ਮਾਈਕ ਤੋਂ ਰਿਕਾਰਡ ਹੋ ਰਹੀ ਹੈ, ਕਿਸੇ ਨੂੰ ਇਹ ਵੀਡੀਓ ਵੇਖ ਕੇ ਲੱਗੇਗਾ ਕਿ ਯਾਰ ਇਹ ਵੀਡੀਓ ਕਿਹੜੇ ਕੈਮਰੇ ਤੋਂ ਬਣ ਰਹੀ ਹੈ, ਕੋਈ ਇਹ ਪੁੱਛੇਗਾ ਕਿ ਯਾਰ ਸ਼ੁਏਬ ਭਾਈ ਇਹ ਕੈਮਰਾ ਤੁਹਾਡੇ ਨਾਲ मूव किस तरह कर रहा है। ਇਹ ਸਾਰੀਆਂ ਗੱਲਾਂ ਦਾ ਜਵਾਬ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗਾ। ਸਭ ਤੋਂ ਪਹਿਲੇ ਜਿਹੜਾ ਮੇਰਾ ਅੱਜ ਵੀਡੀਓਜ਼ ਬਣਾਉਣ ਦੇ ਵਿੱਚ ਸਭ ਤੋਂ ਫੇਵਰਟ ਕੈਮਰਾ ਹੈ ਉਹ ਇਹ ਵੇ ਲੇਟੈਸਟ ਕੈਮਰਾ DJI ਦਾ Action 6। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਇੱਕ ਕੈਮਰਾ ਹੈ Insta360। ਠੀਕ ਹੈ, ਇਸ ਕੈਮਰੇ ਦੇ ਵਿੱਚ ਦੋ ਲੈਂਸ ਨੇ, ਇੱਕ ਇੱਥੇ ਵੀ ਹੈ ਇੱਕ ਇੱਥੇ ਵੀ ਹੈ। ਉਸ ਤੋਂ ਬਾਅਦ ਮੇਰੇ ਕੋਲ ਇੱਕ ਗਿੰਬਲ ਹੈ। ਠੀਕ ਹੈ, ਇਹ ਵਾਲੀ ਗਿੰਬਲ ਹੈ। ਇਹ ਗਿੰਬਲ ਦਾ ਮਕਸਦ ਹੁੰਦਾ ਹੈ ਕਿ ਇਹ ਯਾਨੀ ਕਿ ਇਹਦੇ ਥੱਲੇ ਸਟੈਂਡ ਲੱਗਿਆ ਨਾ, ਤੇ ਇਹ ਇਸ ਤਰ੍ਹਾਂ ਖੁੱਲ੍ਹ ਜਾਂਦੀ ਹੈ, ਤੇ ਇਹਦੇ ਨਾਲ ਕੈਮਰਾ ਇੱਥੇ ਮੋਬਾਈਲ ਤੁਸੀਂ ਫਿਕਸ ਕਰ ਸਕਦੇ ਹੋ। ਉਸ ਤੋਂ ਇਲਾਵਾ ਸਭ ਤੋਂ ਮੇਨ ਚੀਜ਼ ਜਿਹੜੀ ਹੈ ਜਿਹਦੇ ਤੋਂ ਇਹ ਆਵਾਜ਼ ਰਿਕਾਰਡ ਹੋ ਰਹੀ ਹੈ ਔਰ ਇਹ ਚੀਜ਼ਾਂ ਸਾਰੀਆਂ ਨਾ, ਮੇਰੇ ਕੋਲ ਨਾ ਦੋ ਮਾਈਕਸ ਨੇ। ਇੱਕ ਹੈ ਵਾਈਟ ਕਲਰ ਦਾ DJI ਮਾਈਕ ਮਿਨੀ। ਠੀਕ ਹੈ, ਇਹਦਾ ਨਾਂ ਹੈ DJI ਮਾਈਕ ਮਿਨੀ, ਔਰ ਇਹਦੇ ਨਾਲ ਦੇ ਇੱਕ ਇੱਥੇ ਲੱਗਿਆ ਇਹ ਬਲੈਕ ਕਲਰ ਦਾ, ਇਹ ਵੀ DJI ਮਾਈਕ ਮਿਨੀ, ਯਾਨੀ ਕਿ ਦੋਨੋਂ ਸੇਮ ਨੇ, ਸਿਰਫ ਕਲਰ 'ਚ ਫ਼ਰਕ ਹੈ। ਹਾਂਜੀ, ਤੇ ਸ਼ੁਰੂ ਕਰਨੇ ਆ ਮੇਰੇ DJI Action 6 ਤੋਂ। ਠੀਕ ਹੈ, ਇਹ ਕੈਮਰਾ ਰੀਸੈਂਟਲੀ ਜਿਹੜਾ ਮੈਂ ਖਰੀਦਿਆ, ਇਹਦੀ ਕੀਮਤ ਮੈਂ ਤੁਹਾਨੂੰ ਤਕਰੀਬਨ ਦੇ ਹਿਸਾਬ ਨਾਲ ਦੱਸਾਂਗਾ, ਮਤਲਬ ਐਗਜ਼ੈਕਟ ਕੀਮਤ ਨਹੀਂ ਦੱਸ ਸਕਦਾ। ਇਸ ਕੈਮਰੇ ਦੀ ਕੀਮਤ ਹੈ ਪਾਕਿਸਤਾਨੀ ਤਕਰੀਬਨ 1 ਲੱਖ ਤੋਂ ਲੈ ਕੇ 1.25 ਲੱਖ ਤੱਕ ਇਹਦੀ ਕੀਮਤ ਹੈ। ਠੀਕ ਹੈ, ਔਰ ਇਹਦਾ ਜਿਹੜਾ ਇਹ ਮੇਨ ਕੈਮਰਾ ਇੱਕ ਹੀ ਕੈਮਰਾ ਹੈ, ਇਹ ਬਹੁਤ ਜ਼ਿਆਦਾ ਵਾਈਡ ਐਂਗਲ ਤੋਂ ਵੀਡੀਓ ਕੈਪਚਰ ਕਰਦਾ ਹੈ। ਇਹ ਜਿਹੜੇ ਲੋਕ ਵਲੋਗਿੰਗ ਕਰਦੇ ਨੇ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਹੈ। ਜਿਸ ਤਰ੍ਹਾਂ ਕਿ ਇਹਨੂੰ ਮੈਂ ਔਨ ਕੀਤਾ, ਠੀਕ ਹੈ, ਇਹਨੂੰ ਸਵਾਈਪ ਅਪ ਕੀਤਾ, ਇਹ ਵੇਖ ਰਹੇ ਹੋ ਇਸ ਮੋਬਾਈਲ ਦਾ ਕੈਮਰਾ ਵੇਖੋ, ਇਹ ਮੇਨ ਕੈਮਰਾ, ਔਰ ਸਿਰਫ ਇਹ ਇੱਕ ਗਿੰਬਲ ਜਿਹੜਾ ਨਾ ਇਹ ਸਾਹਮਣੇ ਆ ਰਿਹਾ। ਠੀਕ ਹੋ ਗਿਆ ਮੇਨ ਨਾ, ਲੇਕਿਨ ਅਗਰ ਮੈਂ ਇਸੇ ਹੀ ਜਗ੍ਹਾ 'ਤੇ ਇਸ ਕੈਮਰੇ ਨੂੰ ਰੱਖਣਾ ਵਾ ਤੇ ਤੁਸੀਂ ਵੇਖੋ ਕਿ ਸਾਹਮਣੇ ਵਾਲੀ ਹਰ ਚੀਜ਼ ਇਸ ਕੈਮਰੇ ਦੇ ਅੰਦਰ ਰਿਕਾਰਡ ਹੋ ਰਹੀ ਹੈ। ਮਤਲਬ ਇਹੀ ਇਹਦਾ ਮਕਸਦ ਹੈ। ਹੁਣ ਮੈਂ ਤੁਹਾਨੂੰ ਫਰੰਟ ਤੋਂ ਦਿਖਾਉਣਾ। ਉਸ ਤੋਂ ਇਲਾਵਾ ਜਿਹੜੇ ਲੋਕ ਵਲੋਗਿੰਗ ਕਰਦੇ ਨੇ ਉਹਨਾਂ ਵਾਸਤੇ ਇੱਕ ਫਰੰਟ ਸਕਰੀਨ ਦਿੱਤੀ ਗਈ ਹੈ। ਇਹ ਫਰੰਟ ਸਕਰੀਨ ਤੋਂ ਤੁਸੀਂ ਇੰਨੇ ਕੁ ਫਾਸਲੇ 'ਤੇ ਰੱਖ ਕੇ ਆਪਣੀ ਵੀਡੀਓ ਬਣਾ ਸਕਦੇ ਹੋ। ਤੁਸੀਂ ਵੇਖ ਰਹੇ ਹੋ ਕਿ ਇਹ 8K ਤੱਕ ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਟਾਈਮ ਇਹਦੇ ਵਿੱਚ ਮੈਂ 512 GB ਦਾ ਕਾਰਡ ਪਾਇਆ ਹੈ, ਔਰ ਇਹ ਤਕਰੀਬਨ 7 ਘੰਟੇ ਦੀ ਵੀਡੀਓ ਰਿਕਾਰਡ ਕਰ ਸਕਦਾ ਹੈ, ਔਰ ਇਹਦੇ 'ਚ ਆਲਰੇਡੀ 2-3 ਘੰਟੇ ਦੀ ਵੀਡੀਓ ਰਿਕਾਰਡ ਹੈ, ਯਾਨੀ ਕਿ ਇਹਦੇ 'ਚ ਮੇਰਾ ਕਾਫੀ ਖਜ਼ਾਨਾ ਮੌਜੂਦ ਹੈ। ਔਰ ਇਹਦੀ ਇਹ ਸਾਰੀ ਜਿਹੜੀ ਸਰਫੇਸ ਹੈ ਇਹ ਮੈਗਨੈਟਿਕਲੀ, ਯਾਨੀ ਕਿ ਮੈਗਨੇਟ, ਇਹ ਕਿਸੇ ਵੀ ਲੋਹੇ ਦੀ ਚੀਜ਼ ਨਾਲ ਅਟੈਚ ਹੋ ਜਾਂਦਾ ਹੈ। ਬੜਾ ਹੈਂਡੀ ਹੈ, ਤੁਸੀਂ ਕਿਧਰੇ ਵੀ ਇਹਨੂੰ ਅਟੈਚ ਕਰ ਸਕਦੇ ਹੋ। ਔਰ ਇਹਦਾ ਇੱਕ ਜਿਹੜਾ ਫੀਚਰ ਫੇਵਰੇਟ ਹੈ ਉਹ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਟਾਈਮ ਇਹਨੂੰ ਜੇਬ 'ਚੋਂ ਕੱਢਿਆ ਔਰ ਇਹਨੂੰ ਕੱਢ ਕੇ ਇਹ ਤੁਸੀਂ ਬਟਨ ਆਪਣੇ ਟਿਕ, ਔਰ ਇਹਨੇ ਰਿਕਾਰਡਿੰਗ ਸ਼ੁਰੂ ਕਰ ਦੇਣੀ, ਯਾਨੀ ਕਿ ਕੋਈ ਡਿਲੇ ਨਹੀਂ। ਤੁਸੀਂ ਇਹਨੂੰ ਜੇਬ 'ਚੋਂ ਫੌਰਨ ਕੱਢਣਾ ਔਰ ਇਹ ਬਟਨ ਆਪਣਾ, ਔਰ ਇਹਨੇ ਪੂਰੀ ਰਿਕਾਰਡਿੰਗ ਸ਼ੁਰੂ ਕਰ ਦੇਣੀ। ਔਰ ਤੁਸੀਂ ਵੇਖੋ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਅਗਰ ਹੱਥ 'ਚ ਫੜਿਆ ਹੋਇਆ ਨਾ ਤੇ ਇਹ ਨਜ਼ਰ ਵੀ ਨਹੀਂ ਆਉਂਦਾ, ਤੇ ਇਸ ਐਂਗਲ 'ਤੇ ਰੱਖ ਕੇ ਤੁਸੀਂ ਆਪਣੇ ਪਿਛਲੇ ਪੂਰੇ ਬੈਕਗਰਾਊਂਡ ਦੀ ਵੀਡੀਓ ਬਣਾ ਸਕਦੇ ਹੋ, ਵਲੋਗਿੰਗ ਕਰ ਸਕਦੇ ਹੋ, ਔਰ ਇਸ ਫਰੰਟ ਛੋਟੀ ਸਕਰੀਨ ਤੋਂ ਵੇਖ ਵੀ ਸਕਦੇ ਹੋ। ਇਹ ਜਿਹੜੀ ਛੋਟੀ ਜਿਹੀ ਚੀਜ਼ ਹੈ ਇਹ ਇੱਕ ਕਲਰ ਸੈਂਸਰ ਹੈ। ਇਹਦੀ ਵਜ੍ਹਾ ਤੋਂ ਇਹ ਕੈਮਰਾ ਜਿਹੜਾ ਮੁਖਤਲਿਫ ਕਲਰਸ ਨੂੰ ਅੱਛੇ ਤਰੀਕੇ ਦੇ ਨਾਲ ਵੇਖ ਪਾਉਂਦਾ ਔਰ ਉਹਨਾਂ ਨੂੰ ਸੈਟਿੰਗ ਦੇ ਵਿੱਚ ਅੱਛੇ ਤਰੀਕੇ ਨਾਲ ਫਿਕਸ ਕਰ ਪਾਉਂਦਾ। ਇਸ ਕੈਮਰੇ ਦੇ ਬਾਰੇ 'ਚ ਮਜ਼ੀਦ ਤੁਸੀਂ ਸੈਟਿੰਗ ਔਰ ਡੀਪ ਚੀਜ਼ਾਂ ਜਾਣਨਾ ਚਾਹੁੰਦੇ ਹੋ, ਵੀਡੀਓ 'ਚ ਕਮੈਂਟ ਕਰਨਾ, ਮੈਂ ਤੁਹਾਨੂੰ ਇਹਦੇ ਵਾਸਤੇ ਇੱਕ ਅਲੱਗਾ ਵੀਡੀਓ ਵੀ ਬਣਾ ਦਿਆਂਗਾ। ਕਿਸੇ ਨੇ ਮੈਨੂੰ ਰਿਕੁਐਸਟ ਕੀਤੀ, ਅਗਰ ਬਹੁਤ ਜ਼ਿਆਦਾ ਲੋਕਾਂ ਨੇ, ਤੇ ਮੈਂ ਇਹਦੇ ਬਾਰੇ 'ਚ ਡਿਟੇਲ ਰਿਵਿਊ ਵੀ ਬਣਾ ਦਿਆਂਗਾ। ਬਹੁਤ ਕੰਮ ਦੀ ਚੀਜ਼ ਹੈ, ਔਰ ਐਂਡ 'ਤੇ ਮੈਂ ਤੁਹਾਨੂੰ ਦੱਸਾਂਗਾ ਕਿਹੜਾ ਬੰਦਾ ਕਿਹੜੀ ਚੀਜ਼ ਜਿਹੜੀ ਉਹਦੇ ਵਾਸਤੇ ਸੂਟੇਬਲ ਹੈ। ਦੂਸਰਾ ਜਿਹੜਾ ਮੇਰਾ ਕੈਮਰਾ ਹੈ ਉਹ ਹੈ Insta360 X4। Insta360 ਕੰਪਨੀ ਦਾ ਨਾਂ ਹੈ, X4 ਇਹਦਾ ਮਾਡਲ ਹੈ। ਇਸ ਤੋਂ ਬਾਅਦ ਹੁਣ ਲੇਟੈਸਟ ਇੱਕ ਹੋਰ ਮਾਡਲ ਹੈ X5, ਲੇਕਿਨ ਮੇਰਾ ਇਹਦੇ ਨਾਲ ਅੱਛਾ ਗੁਜ਼ਾਰਾ ਹੋ ਰਿਹਾ, ਇਸ ਵਜ੍ਹਾ ਤੋਂ ਮੈਂ ਇਹਨੂੰ ਅਪਗ੍ਰੇਡ ਨਹੀਂ ਕੀਤਾ। ਇਹਦੀ ਮੇਨ ਖਾਸੀਅਤ ਹੈ ਕਿ ਇਹਦੇ ਵਿੱਚ ਦੋ ਲੈਂਸ ਨੇ। ਠੀਕ ਹੈ, ਇੱਕ ਰਾਈਟ ਸਾਈਡ ਇੱਕ ਲੈਫਟ ਸਾਈਡ। ਇਹ ਲੈਂਸ ਦੋਨੋਂ ਮਿਲ ਕੇ ਚਾਰੋਂ ਸਾਈਡ ਦੀ ਵੀਡੀਓ ਬਣਾਉਂਦੇ ਨੇ, ਯਾਨੀ ਕਿ ਪੂਰੇ ਘੇਰੇ ਦੀ ਵੀਡੀਓ ਬਣਾ ਲੈਂਦੇ ਨੇ। ਤੁਸੀਂ ਕੋਈ ਵੀ ਵੀਡੀਓ ਬਾਅਦ 'ਚੋਂ ਕੱਢ ਸਕਦੇ ਹੋ। ਔਰ ਇਹਦੇ ਵਿੱਚ ਇਹ ਬੈਕ ਇੱਥੇ ਇੱਕ ਸੈਲਫੀ ਸਟਿਕ ਲੱਗਦੀ ਹੈ, ਜਿਸ ਤਰ੍ਹਾਂ ਕਿ ਇਹ ਇੱਕ ਸੈਲਫੀ ਸਟਿਕ ਹੈ, ਔਰ ਇਹ ਸੈਲਫੀ ਸਟਿਕ ਜਿਹੜੀ ਹੈ ਬਾਅਦ 'ਚੋਂ ਲੰਬੀ ਵੀ ਹੋ ਜਾਂਦੀ ਹੈ, ਔਰ ਇਹ ਥੋੜ੍ਹਾ ਜਿਹਾ ਦੂਰ ਚਲਾ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਅਕਸਰ ਲੋਕਾਂ ਨੂੰ ਲੱਗਦਾ ਕਿ ਯਾਰ ਵੀਡੀਓ ਕੌਣ ਬਣਾ ਰਿਹਾ, ਵੀਡੀਓ ਕੋਈ ਡਰੋਨ ਬਣਾ ਰਿਹਾ, ਸੈਲਫੀ ਸਟਿਕ ਗਾਇਬ ਕਿਉਂ ਹੁੰਦੀ ਹੈ। ਬਹੁਤ ਜ਼ਿਆਦਾ ਲੋਕਾਂ ਦਾ ਇਹ ਸਵਾਲ ਹੈ। ਮੈਂ ਆਪਣੇ ਤੌਰ 'ਤੇ ਇੱਕ ਮਿਸਾਲ ਖੁਦ ਹੀ ਯਾਦ ਕੀਤੀ ਹੈ ਤੁਹਾਨੂੰ ਸਮਝਾਉਣ ਵਾਸਤੇ ਕਿ ਇਹ ਸਮਝ ਲਓ ਤੁਹਾਡੀ ਸੱਜੀ ਅੱਖ ਹੈ, ਖੱਬੀ ਅੱਖ ਹੈ, ਦਰਮਿਆਨ ਦੇ ਵਿੱਚ ਇਹ ਤੁਹਾਡਾ ਨੱਕ ਹੈ, ਤੇ ਤੁਸੀਂ ਕਿਆ ਆਪਣੇ ਨੱਕ ਨੂੰ ਵੇਖ ਸਕਦੇ ਹੋ? ਨਹੀਂ, ਤੁਸੀਂ ਸਾਹਮਣੇ ਵੇਖਦੇ ਹੋ, ਤੁਹਾਨੂੰ ਸਾਰਾ ਮੰਜ਼ਰ ਨਜ਼ਰ ਆਉਂਦਾ, ਲੇਕਿਨ ਆਪਣਾ ਨੱਕ ਨਹੀਂ ਨਜ਼ਰ ਆਉਂਦਾ।
ਤੇ ਇੱਥੇ ਜਿਹੜੀ ਸੈਲਫ ਸਟਿਕ ਲੱਗੀ ਹੈ ਤੇ ਇਹ ਹਿੱਸਾ ਸਮਝ ਲਓ ਕਿ ਇਹ ਇਸ ਕੈਮਰੇ ਦਾ ਨੱਕ ਹੈ, ਇਸ ਵਜ੍ਹਾ ਤੋਂ ਇਸ ਕੈਮਰੇ ਨੂੰ ਨਜ਼ਰ ਨਹੀਂ ਆਉਂਦਾ। ਇਹ ਅੱਧੀ ਵੀਡੀਓ ਇੱਧਰ ਦੀ ਅੱਧੀ ਵੀਡੀਓ ਇੱਧਰ ਦੀ, ਦੋਨੋਂ ਵੀਡੀਓ ਨੂੰ ਜੋੜ ਕੇ ਤੇ ਵਿੱਚ ਵਾਲਾ ਹਿੱਸਾ ਜਿਹੜਾ ਉਹਨੂੰ ਕੱਟ ਦਿੰਦਾ। ਇਹ ਇਸ ਕੈਮਰੇ ਦੀ ਖਾਸੀਅਤ ਹੈ। ਇਹਨੂੰ ਵੀ ਔਨ ਕਰਕੇ ਦਿਖਾਉਣਾ। ਇਹ ਨਾ ਇਹਦਾ ਮੈਂ ਬਟਨ ਨੱਪਿਆ, ਇਹ ਬਟਨ ਨੱਪਿਆ, ਇਹ ਔਨ ਹੋ ਗਿਆ। ਠੀਕ ਹੈ, ਹੁਣ ਇਸ ਕੈਮਰੇ ਦੀ ਖਾਸੀਅਤ ਇਹ ਵੇ ਕਿ ਤੁਸੀਂ ਇਹਦੇ ਵਿੱਚ ਇਹ ਵੇਖ ਰਹੇ ਹੋ ਚਾਰੋਂ ਸਾਈਡ ਵੇਖ ਸਕਦੇ ਹੋ। ਹੁਣ ਕੈਮਰਾ ਆਪਣੀ ਜਗ੍ਹਾ ਤੇ ਸਟਿਲ ਹੈ, ਲੇਕਿਨ ਇਹ ਕਿਉਂਕਿ ਦੋਨੋਂ ਲੈਂਸ ਦੀ ਵਜ੍ਹਾ ਤੋਂ ਇਹ ਸਾਰੀ ਵੀਡੀਓ ਜੁੜੀ ਹੋਈ ਹੈ। ਠੀਕ ਹੈ, ਇਹ ਤੁਸੀਂ ਵੇਖ ਰਹੇ ਹੋ। ਮੈਨੂੰ ਕੈਮਰਾ ਨਜ਼ਰ ਨਹੀਂ ਆ ਰਿਹਾ, ਮੈਨੂੰ ਮੇਰੇ ਹੱਥ ਨਜ਼ਰ ਆ ਰਹੇ ਨੇ, ਉਂਗਲੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਇੱਥੇ ਥੋੜ੍ਹੀਆਂ ਉਂਗਲੀਆਂ ਅਜੀਬੋ-ਗਰੀਬ ਨਜ਼ਰ ਆ ਰਹੀਆਂ ਨੇ, ਕਿਉਂਕਿ ਉਹ ਵਿੱਚ ਆਪਸ 'ਚ ਮਰਜ ਕਰ ਰਹੀਆਂ ਦੋ ਕੈਮਰਿਆਂ ਦੇ ਲੈਂਸ ਨਾ। ਔਰ ਇਹ ਵੇਖ ਸਕਦੇ ਹੋ ਤੁਸੀਂ ਕਿ ਇਹ ਕਿੰਨਾ ਇੰਟਰਸਟਿੰਗ ਹੈ। ਇਹ ਕੈਮਰਾ ਜਿਹੜਾ ਉਹਨਾਂ ਲੋਕਾਂ ਵਾਸਤੇ ਬਹੁਤ ਬਿਹਤਰੀਨ ਹੈ ਕਿ ਜਿਨ੍ਹਾਂ ਨੂੰ ਕੋਈ ਐਂਗਲ ਦੀ ਟੈਨਸ਼ਨ ਹੁੰਦੀ ਹੈ ਕਿ ਯਾਰ ਸਾਰੀ ਵੀਡੀਓ ਕੈਪਚਰ ਨਹੀਂ ਹੋਈ, ਫਰੰਟ ਤੋਂ ਬਣਾਉਣੀ ਸੀ, ਬੈਕ ਤੋਂ ਬਣਾਉਣੀ ਸੀ। ਬਾਈਕਰਸ ਵਾਸਤੇ, ਯਾਨੀ ਕਿ ਤੁਸੀਂ ਆਪਣੇ ਹੈਂਡਲ ਦੇ ਉੱਤੇ, ਬਾਈਕ ਦੇ ਹੈਂਡਲ 'ਤੇ ਇਹ ਕੈਮਰਾ ਲਾ ਲਓ, ਇਹ ਪੂਰੀ ਸੱਜੇ ਖੱਬੇ ਹਰ ਤਰਫ ਦੀ ਵੀਡੀਓ ਬਣਾਏਗਾ। ਬਾਅਦ 'ਚ ਤੁਸੀਂ ਘਰ ਜਾ ਕੇ ਜਿਹੜੇ ਮਰਜ਼ੀ ਐਂਗਲ ਦੀ ਵੀਡੀਓ ਕੱਢ ਲਓ। ਮਿਸਾਲ ਦੇ ਤੌਰ 'ਤੇ ਇਸ ਸਾਈਡ ਦੇ ਉੱਤੇ ਅਗਰ ਬਾਈਕ ਵਾਲਾ ਜਾ ਰਿਹਾ ਹੈ ਅਤੇ ਤੁਸੀਂ ਉਹਦੀ ਵੀਡੀਓ ਬਣਾ ਰਹੇ ਹੋ, ਲੇਕਿਨ ਫੌਰਨ ਅਚਾਨਕ ਕੋਈ ਇਸ ਸਾਈਡ ਦੇ ਉੱਤੇ ਕੋਈ ਚੀਜ਼ ਐਸੀ ਹੋ ਗਈ ਜਿਹਨੂੰ ਤੁਸੀਂ ਵੀਡੀਓ 'ਚ ਲਿਆਉਣਾ ਚਾਹੁੰਦੇ ਹੋ, ਅਤੇ ਤੁਹਾਨੂੰ ਇਹ ਕੈਮਰਾ ਇੰਜ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਇੱਧਰ ਦੀ ਵੀਡੀਓ ਵੀ ਬਣਾ ਰਿਹਾ ਔਰ ਇਹ ਇੱਧਰ ਦੀ ਵੀਡੀਓ ਵੀ ਬਣਾ ਰਿਹਾ। ਵੀਡੀਓ ਦੇ ਦੌਰਾਨ ਅਗਰ 2:35 'ਤੇ ਤੁਸੀਂ ਇਹ ਹਿੱਸਾ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੰਦਰ ਸ਼ਾਰਟ, ਯਾਨੀ ਕਿ ਇਹਦੇ 'ਚ ਇੱਕ ਦਫਾ ਵੀਡੀਓ ਬਣ ਜਾਏਗੀ, ਫਿਰ ਸੌਫਟਵੇਅਰ ਦੇ ਜ਼ਰੀਏ ਤੁਸੀਂ ਇੱਧਰ ਵਾਲਾ ਹਿੱਸਾ ਸ਼ੋਅ ਕਰ ਸਕਦੇ ਹੋ। 2:40 ਦੇ ਉੱਤੇ ਤੁਸੀਂ ਇੱਧਰ ਵਾਲਾ ਹਿੱਸਾ ਸ਼ੋਅ ਕਰ ਸਕਦੇ ਹੋ, ਕਿਉਂਕਿ ਇਹਨੇ ਜਦੋਂ ਵੀਡੀਓ ਬਣਾਉਣੀ ਹੈ ਇਹਨੇ ਸਾਰੀ ਵੀਡੀਓ ਕੈਪਚਰ ਆਪਣੇ ਅੰਦਰ ਸੇਵ ਕਰ ਲੈਣੀ ਹੈ। ਇਹ ਇਸ ਕੈਮਰੇ ਦੀ ਖਾਸੀਅਤ ਹੈ। ਠੀਕ ਹੈ, ਇਹਦੇ ਵਿੱਚ ਵੀ ਮੈਮਰੀ ਕਾਰਡ ਲੱਗਦਾ, ਇਹਨੂੰ ਆਫ ਕਰ ਦਿੰਦੇ ਹਾਂ। ਇਹ ਮੇਰਾ ਦੂਸਰਾ ਕੈਮਰਾ ਹੈ। ਉਸ ਤੋਂ ਇਲਾਵਾ ਤੀਸਰਾ ਕੈਮਰਾ ਜਿਹੜਾ ਉਹ ਤੁਸੀਂ ਵੇਖ ਹੀ ਲਿਆ, ਜਿਹੜਾ ਮੇਰਾ ਮੇਨ ਕੈਮਰਾ ਜਿੱਥੋਂ ਮੈਂ ਜ਼ਿਆਦਾਤਰ ਵੀਡੀਓਜ਼ ਆਪਣੇ ਮੋਬਾਈਲ ਤੋਂ ਬਣਾਉਣਾ। ਇਹ ਜਿਹੜੀ ਵੀਡੀਓ ਬਣ ਰਹੀ ਹੈ ਇਹ ਸੈਮਸੰਗ S24 ਅਲਟਰਾ ਦਾ ਮੋਡ ਹੈ। ਅੱਛਾ, ਮੇਨ ਚੀਜ਼ ਹੈ ਕਿ ਤੁਹਾਨੂੰ ਇਸਤੇਮਾਲ ਵੀ ਕਰਨੀ ਆਉਣੀ ਚਾਹੀਦੀ ਹੈ। ਵੇਖੋ ਕਿੰਨਾ ਅੱਛਾ ਜਿਹੜਾ ਨਾ ਬੈਕਗਰਾਊਂਡ ਬਲਰ ਆ ਰਿਹਾ, ਕਿਉਂਕਿ ਇਹ ਮੈਂ ਬੁਕੇ ਇਫੈਕਟ ਔਨ ਕੀਤਾ ਹੋਇਆ ਹੈ। ਉਹਦੇ ਲਈ ਤੁਹਾਨੂੰ ਜਿਹੜਾ ਮੇਨ ਚੀਜ਼ ਹੈ ਉਹਨੂੰ ਥੋੜ੍ਹਾ ਜਿਹਾ ਕੈਮਰੇ ਦੇ ਕਰੀਬ ਲਿਆਉਣਾ ਪੈਂਦਾ। ਅੱਛਾ ਦੋਸਤੋ, ਤੁਸੀਂ ਕੋਈ ਵੀ ਵੀਡੀਓ ਸਭ ਤੋਂ ਪਹਿਲੇ ਅੱਜ ਕੱਲ੍ਹ ਵੇਖਦੇ ਹੋ, ਅਗਰ ਤੁਹਾਨੂੰ ਵੀਡੀਓ ਥੋੜ੍ਹੀ ਜਿਹੀ ਬਣਾਉਣ ਦਾ ਸ਼ੌਕ ਹੈ ਤਾਂ ਫੌਰਨ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਯਾਰ ਇਹ ਆਵਾਜ਼ ਬੜੀ ਅੱਛੀ ਰਿਕਾਰਡ ਹੋਈ ਹੈ, ਕਿਹੜੇ ਮਾਈਕ ਤੋਂ ਹੋਈ ਹੈ। ਇਹ DJI ਮਾਈਕ ਹੈ, ਉਹੀ ਕੰਪਨੀ ਹੈ। DJI ਮਾਈਕ ਮਿਨੀ ਇਹਦਾ ਮਾਡਲ ਹੈ, ਯਾਨੀ ਕਿ DJI ਮਾਈਕ ਮਿਨੀ। ਇਹ ਮੇਰੇ ਕੋਲ ਦੋ ਨੇ, ਇੱਕੋ ਹੀ ਮਾਡਲ ਹੈ DJI ਮਾਈਕ ਮਿਨੀ, ਸਿਰਫ ਇਹਨਾਂ ਦਾ ਕਲਰ ਦਾ ਫ਼ਰਕ ਹੈ। ਠੀਕ ਹੈ, ਇਹ ਕਦੀ ਮੈਂ ਦੋ ਬੰਦਿਆਂ ਨਾਲ ਵੀਡੀਓ ਬਣਾਉਣੀ ਹੋਏ ਤਾਂ ਮੈਂ ਇਹਨੂੰ ਇਸਤੇਮਾਲ ਕਰਨਾ, ਜੈਸਾ ਕਿ ਇਹ ਇੱਕ ਮੈਂ ਆਪਣੀ ਵਾਈਫ ਦੇ ਕਾਲਰ ਦੇ ਨਾਲ ਲਾ ਦਿਆਂ, ਇੱਕ ਆਪਣੇ ਕਾਲਰ ਦੇ ਨਾਲ, ਅਤੇ ਇਹ ਦੋਨੋਂ ਸੇਮ ਟਾਈਮ ਕਿਸੇ ਵੀਡੀਓ ਦੇ ਵਿੱਚ ਆਵਾਜ਼ ਰਿਕਾਰਡ ਕਰਦੇ ਨੇ। ਔਰ ਇਹ ਇਹਨਾਂ ਦਾ ਰਿਸੀਵਰ ਹੈ। ਠੀਕ ਹੈ, ਇਹ ਇੱਕ ਰਿਸੀਵਰ ਹੈ ਜਿਹੜਾ ਕਿ ਮੋਬਾਈਲ ਦੇ ਨਾਲ ਅਟੈਚ ਹੋ ਜਾਂਦਾ ਹੈ, ਔਰ ਇਹ ਦੋਨੋਂ ਮਾਈਕਸ ਦੀ ਆਵਾਜ਼ ਦਾ ਸਿਗਨਲ ਰਿਸੀਵ ਕਰਕੇ ਮੋਬਾਈਲ ਦੇ ਅੰਦਰ ਸੇਵ ਕਰਦਾ ਹੈ। ਇਹ ਰੀਸੈਂਟਲੀ ਲਾਂਚ ਹੋਇਆ, ਬੜੇ ਫਾਇਦੇ ਦੀ ਚੀਜ਼ ਹੈ। ਯਾਨੀ ਕਿ ਇਹ ਜਿਹੜਾ ਨਾ ਪੂਰਾ ਮੇਰੀ ਆਡੀਓ ਦਾ ਸੈਟਅਪ ਹੈ। ਇਹ ਛੋਟਾ ਜਿਹਾ, ਇਹ ਪੂਰਾ ਮੇਰੀ ਆਡੀਓ ਦਾ ਸੈਟਅਪ ਹੈ। ਇਹ ਮੈਂ ਕਿਸੇ ਮੋਬਾਈਲ ਦੇ ਨਾਲ ਫੌਰੀ ਤੌਰ ਦੇ ਉੱਤੇ ਅਟੈਚ ਕਰ ਸਕਣਾ ਵਾਂ ਔਰ ਇੱਕ ਅੱਛੀ ਆਵਾਜ਼ ਰਿਕਾਰਡ ਕਰ ਸਕਣਾ ਵਾਂ। ਔਰ ਇਹਦਾ ਫਾਇਦਾ ਇਹ ਹੈ ਕਿ ਮੈਂ ਕਾਫੀ ਦੂਰ ਜਾ ਕੇ ਵੀ ਆਵਾਜ਼ ਰਿਕਾਰਡ ਕਰ ਸਕਣਾ ਵਾਂ। ਹੁਣ ਤੁਹਾਨੂੰ ਮੈਂ ਵਿਖਾਉਣਾ ਵਾਂ ਜ਼ਰਾ ਇਹਦੀ ਆਵਾਜ਼ ਕਿੰਨੀ ਕੁ ਅੱਛੀ ਰਿਕਾਰਡ ਹੁੰਦੀ ਹੈ। ਹੁਣ ਮੈਂ ਉਹ ਉੱਥੇ ਜਾ ਰਿਹਾ ਵਾਂ, ਫਿਰ ਤੁਸੀਂ ਵੇਖਣਾ। ਮੈਂ ਹੁਣ ਕਾਫੀ ਦੂਰ ਜਾ ਰਿਹਾ ਵਾਂ, ਤਕਰੀਬਨ 10 ਮੀਟਰ ਹੋ ਗਿਆ ਦੂਰ ਨਾ। ਇਹ ਤਕਰੀਬਨ 20 ਮੀਟਰ ਦੂਰ ਚਲਾ ਗਿਆ, ਮੈਂ 25 ਤੋਂ 30 ਮੀਟਰ ਦੂਰ ਆ ਗਿਆ। ਹੁਣ ਮੈਂ ਇੱਥੇ ਇੰਨੀ ਦੂਰ ਖੜਾ ਵਾਂ ਕਿ ਮੈਨੂੰ ਕੈਮਰਾ ਨਜ਼ਰ ਹੀ ਨਹੀਂ ਆ ਰਿਹਾ। ਮਤਲਬ ਹੈ ਕਿ ਇੱਥੇ ਖੜੇ ਹੋ ਕੇ ਮੈਨੂੰ ਕੋਈ ਅੰਦਾਜ਼ਾ ਨਹੀਂ ਕਿ ਕੋਈ ਕਿਸੇ ਬੰਦੇ ਨੇ ਕੈਮਰਾ ਲਾਇਆ ਹੋਇਆ, ਕਿੱਥੇ ਹੈ ਕੈਮਰਾ। ਇਸ ਤਰ੍ਹਾਂ ਜਿਹੜੇ ਲੋਕ ਪ੍ਰੈਂਕਸ ਵਗੈਰਾ ਰਿਕਾਰਡ ਕਰਦੇ ਨੇ ਅਤੇ ਤੁਸੀਂ ਕੈਮਰਾ ਕਿਸੇ ਜਗ੍ਹਾ 'ਤੇ ਫਿੱਟ ਕਰ ਦਿਓ, ਇਹ ਮਾਈਕ ਕਨੈਕਟ ਹੋ ਜਾਏਗਾ ਕੈਮਰੇ ਦੇ ਨਾਲ, ਔਰ ਬੜੀ ਅੱਛੀ ਕ੍ਰਿਸਪ ਆਵਾਜ਼ ਰਿਕਾਰਡ ਹੋਏਗੀ। ਕ੍ਰਿਸਪ ਕਹਿ ਦਿੱਤਾ ਮੈਂ, ਕ੍ਰਿਸਪੀ ਆਵਾਜ਼ ਰਿਕਾਰਡ ਹੋਏਗੀ। ਔਰ ਬਿਲਕੁਲ ਕੋਈ ਸ਼ੋਰ ਨਹੀਂ, ਕੋਈ ਇਰਦ ਗਿਰਦ ਦਾ ਜਿਹੜਾ ਨੋਇਸ ਹੈ ਉਹ ਵੀ ਇਹ ਰਿਮੂਵ ਕਰ ਦਿੰਦਾ ਥੋੜ੍ਹਾ ਜਿਹਾ ਆਟੋਮੈਟਿਕਲੀ ਨਾ। ਇਹਦੀ ਨੋਇਸ ਕੈਂਸਲੇਸ਼ਨ ਬਹੁਤ ਅੱਛੀ ਹੈ। DJI ਦੇ ਮਾਈਕ ਜਿਹੜੇ ਨੇ ਇਸ ਟਾਈਮ ਪੂਰੀ ਦੁਨੀਆ 'ਤੇ ਛਾਏ ਹੋਏ ਨੇ। ਜ਼ਿਆਦਾਤਰ ਚੀਜ਼ਾਂ ਮੇਰੇ ਕੋਲ DJI ਦੀਆਂ ਹੀ ਨੇ। ਉਸ ਤੋਂ ਬਾਅਦ ਉਹਨਾਂ ਨੇ ਇਹ ਮੇਰਾ ਗਿੰਬਲ ਹੈ, ਇਹਦੇ ਉੱਤੇ ਮੋਬਾਈਲ ਲਾ ਕੇ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ। ਔਰ ਇਹਦੀ ਖਾਸ ਚੀਜ਼ ਇਹ ਵੇ ਕਿ ਇਹਦੇ ਵਿੱਚ ਇਹ ਇੱਕ ਰਿਮੋਟ ਕੰਟਰੋਲ ਹੈ। ਇਸ ਰਿਮੋਟ ਦੇ ਵਿੱਚ ਮੈਂ ਖੁਦ ਨੂੰ ਵੇਖ ਸਕਣਾ ਵਾਂ। ਠੀਕ ਹੈ, ਅਤੇ ਮੈਂ ਖੁਦ ਨੂੰ ਵੇਖ ਕੇ ਆਪਣੇ ਕੈਮਰੇ ਨੂੰ ਐਡਜਸਟ ਕਰ ਸਕਣਾ ਹੁਣ। ਠੀਕ ਹੈ, ਇਹ ਔਨ ਹੋ ਗਿਆ। ਇਹ ਜਿਹੜਾ ਸਾਹਮਣੇ ਕੈਮਰਾ ਲੱਗਾ ਹੋਇਆ ਨਾ, ਅਗਰ ਮੈਂ ਇਸ ਰਿਮੋਟ ਨੂੰ ਔਨ ਕਰਾਂਗਾ, ਇਹ ਅਟੈਚ ਹੋ ਗਿਆ। ਹੁਣ ਇਹ ਜਿਹੜਾ ਰਿਮੋਟ ਹੈ ਇਹ ਇਸ ਕੈਮਰੇ ਦੇ ਨਾਲ ਅਟੈਚ ਹੈ, ਇਸ ਮੋਡੀਊਲ ਦੇ ਨਾਲ। ਅਤੇ ਅਗਰ ਮੈਂ ਇੱਥੇ ਕੈਮਰਾ ਲਾਵਾਂਗਾ, ਇਸ ਜਗ੍ਹਾ ਦੇ ਉੱਤੇ ਆਪਣਾ ਮੋਬਾਈਲ ਲਾਵਾਂਗਾ ਨਾ, ਅਤੇ ਇਹ ਵਾਲਾ ਕੈਮਰਾ ਮੈਨੂੰ ਟਰੈਕ ਕਰੇਗਾ।
ਤੇ ਮੈਂ ਆਪਣੇ ਆਪ ਨੂੰ ਇਸ ਰਿਮੋਟ ਦੇ ਵਿੱਚ ਵੇਖ ਸਕਦਾ ਵਾਂ ਕਿ ਮੈਂ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਵਾਂ ਔਰ ਮੈਨੂੰ ਕਿਸ ਤਰ੍ਹਾਂ ਮੋਬਾਈਲ ਨੇ ਫੋਕਸ ਕੀਤਾ ਹੋਇਆ ਹੈ। ਔਰ ਇਸ ਰਿਮੋਟ ਤੋਂ ਮੈਂ ਇਹਦੀ ਡਾਇਰੈਕਸ਼ਨ ਵੀ ਚੇਂਜ ਕਰ ਸਕਦਾ, ਵੇਖ ਰਹੇ ਹੋ। ਇਸ ਤਰ੍ਹਾਂ ਤੁਸੀਂ ਦੂਰ ਬੈਠ ਕੇ ਵੀਡੀਓ ਬਣਾ ਸਕਦੇ ਹੋ, ਆਪਣੇ ਆਪ ਦੀ ਰਿਕਾਰਡਿੰਗ ਕਰ ਸਕਦੇ ਹੋ। ਠੀਕ ਹੈ, ਇਹ ਮੇਰੇ ਕੋਲ ਇੱਕ ਦੂਸਰਾ ਗਿੰਬਲ ਹੈ, ਇੱਕ ਮੇਰੇ ਕੋਲ DJI ਦਾ ਗਿੰਬਲ ਹੈ, ਇੱਕ ਹੋਹੈਮ ਦਾ ਗਿੰਬਲ ਹੈ। ਮੇਰੇ ਕੋਲ ਇੱਕ ਇਹ ਗੈਜਟ ਹੈ, ਇਹ ਜਿਹੜਾ ਨਾ ਇਹਦੇ ਵਿੱਚ ਨਾ ਕੋਈ ਵੀ ਯਾਨੀ ਕਿ ਮੋਬਾਈਲ ਇਸ ਤਰ੍ਹਾਂ ਫਿਕਸ ਹੋ ਜਾਂਦਾ ਔਰ ਇਹ ਚਮੜ ਜਾਂਦਾ ਕਿਸੇ ਲੋਹੇ ਦੀ ਚੀਜ਼ ਦੇ ਨਾਲ ਨਾ, ਜੈਸਾ ਕਿ ਫੋਰ ਐਗਜ਼ਾਮਪਲ ਕੁਝ ਵੀ ਇਹਦੇ 'ਚ ਮੋਬਾਈਲ ਵੀ ਲੱਗ ਜਾਏਗਾ ਨਾ। ਇਸ ਤਰ੍ਹਾਂ ਮਿਸਾਲ ਦੇ ਤੌਰ ਤੇ ਅਗਰ ਮੈਂ ਇਹ ਕੈਮਰਾ ਮੇਰਾ, ਮੈਂ ਇਸ ਕੈਮਰੇ ਨੂੰ ਇਸ ਤਰ੍ਹਾਂ ਦੀਵਾਰ ਦੇ ਨਾਲ ਲਾਉਣਾ ਚਾਹੁੰਦਾ, ਇਹ ਇਹਦੇ ਨਾਲ ਫਿਕਸ ਹੋ ਗਿਆ। ਠੀਕ ਹੈ, ਇਸ ਤਰ੍ਹਾਂ, ਔਰ ਇਹ ਦੀਵਾਰ ਦੇ ਨਾਲ ਇਸ ਤਰ੍ਹਾਂ ਚਿਪਕ ਜਾਏਗਾ ਤੇ ਇਹਨੂੰ ਮੈਂ ਕਿਸੇ ਵੀ ਜਗ੍ਹਾ ਤੇ ਰੱਖ ਕੇ ਆਪਣੀ ਵੀਡੀਓ ਬਣਾ ਸਕਣਾ। ਇਸੇ ਤਰ੍ਹਾਂ ਮੋਬਾਈਲ ਨੂੰ ਵੀ ਚਿਪਕਾ ਸਕਣਾ, ਫ੍ਰਿਜ ਦੇ ਨਾਲ ਵੀ ਚਿਪਕਾ ਸਕਣਾ, ਕਿਸੇ ਵੀ ਚੀਜ਼ ਨਾਲ ਚਿਪਕਾ ਸਕਣਾ। ਇਹ ਛੋਟੇ ਛੋਟੇ ਗੈਜਟਸ ਨੇ। ਇਹ ਮੇਰੇ ਕੋਲ ਇੱਕ ਸਪੀਕਰ ਹੈ ਤੇ ਇਹ ਨਾਈਕੀ ਦਾ ਮੈਂ ਸਟicker ਲਾਇਆ, ਬੜਾ ਕਿਊਟ ਲੱਗ ਰਿਹਾ ਨਾ, ਅੱਛਾ ਲੱਗ ਰਿਹਾ। ਲੇਕਿਨ ਕਿ ਇਹ ਸਪੀਕਰ ਕਿਸੇ ਹੋਰ ਕੰਪਨੀ ਦਾ, ਚਾਈਨੀਜ਼ ਇੱਕ ਬ੍ਰਾਂਡ ਹੈ ਟ੍ਰੀਬਿਟ ਦੇ ਨਾਂ ਤੋਂ, ਉਹਦਾ ਇੱਕ ਕੈਪਸੂਲ ਸ਼ੇਪ ਦਾ X Sound Go ਇਹਦਾ ਮਾਡਲ ਹੈ ਤੇ ਇਹਦੀ ਆਵਾਜ਼ ਬਹੁਤ ਅੱਛੀ ਹੈ। ਹੁਣ ਮੈਂ ਅਗਰ ਕੋਈ ਸੌਂਗ ਪਲੇ ਕਰਾਂਗਾ ਤੇ ਕਾਪੀਰਾਈਟ ਦਾ ਇਸ਼ੂ ਹੋਏਗਾ ਇਸ ਵਜ੍ਹਾ ਤੋਂ, ਲੇਕਿਨ ਇੱਕ ਬਹੁਤ ਅੱਛੀ ਆਵਾਜ਼ ਹੈ। ਕੈਜੂਅਲੀ ਬੰਦਾ ਆਪਣੇ ਨਾਲ ਇਹਨੂੰ ਕੈਰੀ ਕਰ ਸਕਦਾ ਹੈ, ਬੈਗ ਦੇ ਵਿੱਚ ਰੱਖ ਸਕਦਾ ਹੈ, ਕਦੀ ਕਿਧਰੇ ਪਾਰਕ 'ਚ ਬਹਿ ਕੇ ਥੋੜ੍ਹੇ ਬਹੁਤ ਸੌਂਗ ਸੁਣ ਸਕਦਾ ਹੈ। ਇਹਨੂੰ ਆਪਣੀ ਚੀਜ਼ਾਂ ਦੀ ਬਹੁਤ ਜ਼ਿਆਦਾ ਕੇਅਰ ਹੁੰਦੀ ਹੈ, ਜਿਸ ਤਰ੍ਹਾਂ ਕਿ ਇੱਕ ਸਪੈਸ਼ਲ ਪਾਊਚ ਹੈ, ਇਹ ਇਸ ਮਾਈਕ ਦੇ ਨਾਲ ਹੀ ਮਿਲਦਾ ਤੇ ਮੈਂ ਆਪਣੇ ਇਹ ਦੋਨੋਂ ਜਿਹੜੇ ਮਾਈਕ ਨੇ ਇਸ ਪਾਊਚ ਦੇ ਵਿੱਚ ਇਸ ਤਰ੍ਹਾਂ ਅਲੱਗ-ਅਲੱਗ ਰੱਖਣਾ ਵਾ ਤਾਂ ਕਿ ਇਹ ਆਪਸ ਦੇ ਵਿੱਚ ਮਤਲਬ ਹੈ ਕਿ ਰਗੜਾਂ ਵੀ ਨਾ ਖਾਣ ਔਰ ਸੇਫ ਵੀ ਰਹਿਣ। ਅਲੱਗਾ ਵਿੱਚ ਇਹਦੇ ਪੋਕਟਸ ਬਣੀਆਂ ਹੋਈਆਂ ਨੇ, ਇੱਕ ਮਾਈਕ ਇੱਧਰ ਚਲਾ ਗਿਆ, ਇੱਕ ਮਾਈਕ ਇੱਧਰ, ਔਰ ਇਹ ਇਹਦਾ ਜਿਹੜਾ ਰਿਸੀਵਰ ਹੈ ਇਹਨੂੰ ਹੀ ਵਿੱਚ ਰੱਖ ਦਿੱਤਾ। ਠੀਕ ਹੈ, ਇਹ ਮੇਰੇ ਮਾਈਕਸ ਦਾ ਪਾਊਚ ਹੁੰਦਾ, ਇਹ ਜ਼ਿਆਦਾਤਰ ਮੇਰੇ ਕੋਲ ਹੀ ਹੁੰਦਾ। ਔਰ ਇਹ ਜਿਹੜਾ ਮੇਰਾ ਸ਼ਹਿਜ਼ਾਦਾ ਹੈ ਅੱਜ ਕੱਲ੍ਹ ਮੇਰਾ ਫੇਵਰੇਟ ਹੈ, ਇਹਦੇ ਵਾਸਤੇ ਮੈਂ ਇੱਕ ਇਹ ਪਾਊਚ ਰੱਖਿਆ ਹੋਇਆ। ਬੇਸਿਕਲੀ ਇਹ ਪਾਊਚ ਜਿਹੜਾ ਇਹ ਮੇਰੇ ਇਸ ਕੈਮਰੇ ਦੇ ਨਾਲ ਆਇਆ ਸੀ, Insta360 ਦੇ ਨਾਲ ਨਾ, X4 ਦੇ ਨਾਲ, ਲੇਕਿਨ ਇਹ ਮੈਂ ਇਸੇ ਤਰ੍ਹਾਂ ਹੀ, ਇਹ ਬੜਾ ਰਫ ਐਂਡ ਟਫ ਹੈ, ਇਹਦੇ ਉੱਤੇ ਵੈਸੇ ਵੀ ਇਹ ਮੈਂ ਖੋਲ ਚੜਾਇਆ ਹੋਇਆ ਹੈ, ਇਹ ਸੇਫ ਹੈ ਇਸੇ ਤਰ੍ਹਾਂ ਹੀ ਨਾ, ਜ਼ਿਆਦਾਤਰ ਮੈਂ ਯੂਜ਼ ਵੀ ਨਹੀਂ ਕਰਦਾ। ਇਸ ਵਜ੍ਹਾ ਤੋਂ ਇਹ ਪਾਊਚ ਜਿਹੜਾ ਮੈਂ ਆਪਣੇ ਇਸ ਕੈਮਰੇ ਵਾਸਤੇ ਇਸਤੇਮਾਲ ਕਰਨਾ ਵਾ, ਇਹਨੂੰ ਇੱਥੇ ਰੱਖ ਦਿੱਤਾ। ਇਹਦੇ ਅੰਦਰ ਵੀ ਫੋਮ ਲੱਗਾ ਹੋਇਆ ਔਰ ਇਸ ਤਰ੍ਹਾਂ ਇਹ ਬੜੇ ਅੱਛੇ ਤਰੀਕੇ ਨਾਲ ਸੇਫ ਹੋ ਜਾਂਦਾ ਹੈ। ਅੱਛਾ ਦੋਸਤੋ, ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਮਜ਼ੀਦ ਕੋਈ ਚੀਜ਼ ਜਾਣਨਾ ਚਾਹੁੰਦੇ ਹੋ ਕਮੈਂਟ ਕਰੋ, ਵੀਡੀਓ ਪਸੰਦ ਆਈ ਹੈ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਤੇ ਕਰ ਹੀ ਦਿਓ। ਠੀਕ ਹੈ, ਕਿਉਂਕਿ ਮੈਂ ਮਜ਼ੀਦ ਇਸ ਤਰ੍ਹਾਂ ਤੁਹਾਨੂੰ ਮੁਖਤਲਿਫ ਵੀਡੀਓਜ਼ ਸ਼ੇਅਰ ਕਰਦਾ ਰਹਾਂਗਾ ਜਿਹੜੀਆਂ ਤੁਹਾਨੂੰ ਸ਼ਾਇਦ फ़ायदा ਦੇਣਗੀਆਂ ਜਾਂ ਤੁਹਾਨੂੰ ਹਸਾਉਣਗੀਆਂ ਜਾਂ ਤੁਹਾਨੂੰ ਕੋਈ ਵੀਡੀਓ ਅੱਛੀ ਲੱਗੇਗੀ, ਕੋਈ ਇੰਟਰਸਟਿੰਗ ਹੋਏਗੀ, ਕੋਈ ਤੁਹਾਨੂੰ ਨੌਲੇਜ ਦਾ ਪਤਾ ਲੱਗੇਗਾ। ਮਤਲਬ ਮੇਰੀ ਜ਼ਿੰਦਗੀ ਹੈ, ਮੈਂ ਆਪਣੀ ਜ਼ਿੰਦਗੀ ਸ਼ੇਅਰ ਕਰਨਾ, ਕੋਈ ख़ਾਸ ਨਹੀਂ ਹੈ ਕਿ ਮੈਂ ਕੋਈ ਬੜਾ ਵੱਡਾ ਵਲੌਗਰ ਜਾਂ ਟਿਕਟੋਕਰ ਨਹੀਂ ਹਾਂ। ਮੈਂ ਬਸ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ। ਦੈਟਸ ਵਾਈ ਇਸ ਚੈਨਲ ਦਾ ਨਾਮ ਹੀ ਹੈ ਵਨ ਲਾਈਫ, ਮਤਲਬ ਇੱਕ ਛੋਟੀ ਜਿਹੀ ਜ਼ਿੰਦਗੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਉਹ ਇੱਕ ਵਨ ਲਾਈਫ ਹੈ। ਇਹਦਾ ਉਹ ਮਤਲਬ ਨਹੀਂ ਹੈ ਕਿ ਇੱਕ ਜ਼ਿੰਦਗੀ ਹੈ, ਉਹ ਅਗਲੀ ਜਹਾਨ ਅਸਲ ਜ਼ਿੰਦਗੀ ਹੈ ਨਾ, ਉਹਦਾ ਅਲੱਗਾ ਤਾਲੁਕ ਹੈ। ਇਹ ਵਨ ਲਾਈਫ ਉਹ ਹੈ ਕਿ ਜਿਹੜੀ ਤੁਸੀਂ ਮੇਰੇ ਨਾਲ ਗੁਜ਼ਾਰ ਰਹੇ ਹੋ। ਠੀਕ ਹੋ ਗਿਆ, ਆਪਣਾ ਖਿਆਲ ਰੱਖਣਾ, ਢੇਰ ਸਾਰਾ ਦੁਆਵਾਂ 'ਚ ਯਾਦ ਰੱਖਣਾ। ਉਮੀਦ ਕਰਨਾ ਵਾ ਕਿ ਤੁਹਾਡੀ ਜ਼ਿੰਦਗੀ ਅੱਛੀ ਗੁਜ਼ਰੇ। ਅਸਲਾਮ ਵਾਲੇਕੁਮ, ਮਿਲਨੇ ਆ ਤੁਹਾਨੂੰ ਕਿਸੇ ਹੋਰ ਵੀਡੀਓ 'ਚ।